ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸੀਨੀਅਰ ਪੱਤਰਕਾਰ ਮਨਦੀਪ ਸਿੰਘ ਪੁਨੀਆ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਅੱਜ ਦੇ ਸਮੇਂ ਦੇ ਵਿੱਚ ਪੱਤਰਕਾਰੀ ਕਿੰਨੀ ਕੁ ਆਜ਼ਾਦ ਹੈ। ਗੋਦੀ ਮੀਡੀਆ ਦਾ ਜਦੋਂ ਨਾਮ ਲਿਆ ਜਾਂਦਾ, ਦੂਜੇ ਪਾਸੇ ਸਿਆਸਤ ਦੇ ਵਿੱਚ ਕਿਸ ਢੰਗ ਦੇ ਨਾਲ ਦਖਲ ਅੰਦਾਜ਼ੀ ਜਿਹੜੀ ਹੈ ਉਹ ਫੈਡਰਲ ਢਾਂਚੇ ਦੇ ਵਿੱਚ ਕੇਂਦਰ ਦੀ ਹੋ ਰਹੀ ਹੈ, ਉਹਨੂੰ ਲੈ ਕੇ ਵੀ ਗੱਲਬਾਤ ਕਰਾਂਗੇ। ਕਿਉਂਕਿ ਕੇਜਰੀਵਾਲ ਸਾਹਿਬ ਦੀ ਸਰਕਾਰ ਨੂੰ ਲੈ ਕੇ, ਜਿਹੜਾ ਦਿੱਲੀ ਦੀ ਸਰਕਾਰ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ, ਉਹਦੇ ਨਾਲ ਜਿਵੇਂ ਅਧਿਕਾਰ ਉਹਨਾਂ ਦੇ ਖੋਹ ਲਏ ਗਏ, ਉਹਨੂੰ ਲੈ ਕੇ ਕਾਫੀ ਰੌਲਾ ਰੱਪਾ ਪੈ ਰਿਹਾ। ਉਹਦੇ ਉੱਤੇ ਪੁਨੀਆ ਸਾਹਿਬ ਦਾ ਵੀ ਇੱਕ ਟਵੀਟ ਸਾਹਮਣੇ ਆਇਆ ਤੇ ਉਹਦੇ ਉੱਤੇ ਸਾਰੀ ਗੱਲਬਾਤ ਕਰਾਂਗੇ ਕਿ ਉਹ ਕਿੱਦਾਂ ਦੇਖਦੇ ਨੇ। ਕਿਉਂਕਿ ਕਿਸਾਨੀ ਸੰਘਰਸ਼ ਦੇ ਦੌਰਾਨ ਤੁਸੀਂ ਦੇਖਿਆ ਹੋਣਾ ਕਿ ਮਨਦੀਪ ਪੁਨੀਆ ਨੂੰ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਸੀ। ਫਿਰ ਇਹਨਾਂ ਨੇ ਜੇਲ੍ਹ ਦੇ ਵਿੱਚ ਇੱਕ ਇਬਾਰਤ ਲਿਖੀ। ਜੇਲ੍ਹ ਦੇ ਵਿੱਚੋਂ ਏਦਾਂ ਲਾ ਲਓ ਕਿ ਉਹਨਾਂ ਲੋਕਾਂ ਦੀ ਜਿਹੜੇ ਉੱਥੇ ਕਿਸਾਨ ਆਗੂ ਜਾਂ ਉੱਥੇ ਜੇਲ੍ਹਾਂ ਦੇ ਵਿੱਚ ਤਸ਼ੱਦਦ ਦਾ ਸਾਹਮਣਾ ਕਰਦੇ ਨੇ, ਹਰਾਸਮੈਂਟ ਦਾ ਸਾਹਮਣਾ ਕਰਦੇ ਨੇ, ਉਹਨਾਂ ਦੀ ਇਹਨਾਂ ਨੇ ਜਿਹੜੀ ਰਿਪੋਰਟ ਜਿਹੜੀ ਹੈ ਰਿਪੋਰਟਿੰਗ ਫਰੋਮ ਤਿਹਾੜ ਜੇਲ੍ਹ ਕਰਕੇ ਲਿਖਿਆ ਗਿਆ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਜ਼ਿੰਦਗੀ ਦੇ ਹੁਣ ਤੱਕ ਦੇ ਤਜਰਬੇ ਤੇ ਭਵਿੱਖੀ ਸਿਆਸਤ ਜਿਹੜੀ ਪੱਤਰਕਾਰੀ ਹੈ ਉਹਦੇ ਬਾਰੇ ਕੀ ਸੋਚਦੇ ਨੇ। ਪੁਨੀਆ ਸਾਹਿਬ, ਤੁਹਾਡਾ ਸਵਾਗਤ ਹੈ ਪੰਜਾਬਿਸਤਾਨ ਟੀਵੀ ਤੇ। ਸ਼ੁਕਰੀਆ ਜੀ। ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਸਮੇਂ ਦੇ ਵਿੱਚ? ਜਦੋਂ ਮੈਂ ਤੁਹਾਡਾ ਟਵੀਟ ਪੜ੍ਹਦਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਹੋਣਾ ਨੇ, ਜਦੋਂ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਕੇਂਦਰ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਸੀ, ਤਾਂ ਅੱਜ ਇੱਕ ਫੈਸਲਾ ਜਿਹੜਾ ਕੇਂਦਰ ਸਰਕਾਰ ਨੇ ਦਿੱਲੀ ਨੂੰ ਲੈ ਕੇ ਲਿਆ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਸਭ ਤੋਂ ਪਹਿਲਾਂ ਪੱਤਰਕਾਰੀ ਦੇ ਨਜ਼ਰੀਏ ਤੋਂ। ਦੇਖੋ ਜੀ, ਪੱਤਰਕਾਰੀ ਦੇ ਨਜ਼ਰੀਏ ਤੋਂ ਤਾਂ ਮੈਂ ਇਸ ਨੂੰ ਇਹੀ ਦੇਖਦਾ ਕਿ ਜੋ ਭਾਰਤ ਹੈਗਾ ਉਹ ਅਸਲ 'ਚ ਫੈਡਰਲ ਸਟਰਕਚਰ ਹੈਗਾ। ਇਹ ਸਟੇਟਸ ਦਾ ਇੱਕ ਪੂਰਾ ਯੂਨੀਅਨ ਆਫ ਸਟੇਟਸ ਹੈ ਇਹ, ਹਨਾ। ਤੇ ਇਹਦੇ ਪਾਵਰਸ ਦੇ ਅੱਡ ਸੈਂਟਰ ਨੇ, ਡੀਸੈਂਟਰਲਾਈਜੇਸ਼ਨ ਹੈਗੀ ਆ ਪਾਵਰ ਦੀ। ਹਾਂ, ਲੇਕਿਨ ਆਪ ਜੀ ਦੇਖੋਗੇ ਕਿ ਪਿਛਲੇ ਕੁਝ ਸਮਾਂ ਤੋਂ ਸੈਂਟਰ ਪਾਵਰ ਨੂੰ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਜਿਹੜੀ ਡੀਸੈਂਟਰਲਾਈਜੇਸ਼ਨ ਸੀਗੀ ਉਹਦੇ ਤੇ ਹਮਲਾ ਹੋ ਰਿਹਾ, ਚਾਹੇ GST ਕਿਉਂ ਨਾ ਹੋਵੇ। ਮੈਂ ਪੰਜਾਬ ਦੇ ਸੂਬੇ ਦੇ ਇੱਕ ਮੰਤਰੀ ਕੋਲ ਬੈਠਾ ਸੀਗਾ, ਕਈ ਦਿਨਾਂ ਦੀ ਗੱਲ ਹੋ ਗਈ, ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀਗਾ ਕਿ ਆਪ ਜੀ ਇੰਨੇ ਪ੍ਰੋਗਰੈਸਿਵ ਹੈਗੇ ਹੋ, ਫਿਰ ਆਪ ਜੀ ਕਿਉਂ ਨਹੀਂ ਕਰ ਪਾ ਰਹੇ ਇਹ ਸਾਰੀ ਚੀਜ਼ਾਂ? ਉਹ ਕਹਿੰਦੇ ਕਿ ਯਾਰ ਹੁਣ ਤਾਂ ਸਾਨੂੰ ਸਾਰਾ ਕੁਝ ਹੀ ਸੈਂਟਰ ਤੋਂ ਮੰਗਣਾ ਪੈਂਦਾ GST ਆਉਣ ਤੋਂ ਬਾਅਦ। ਤਾਂ ਮਤਲਬ ਸਟੇਟਾਂ ਕੋਲ ਉਹਨਾਂ ਦੀ ਜਿਹੜੀ ਇਕਨੋਮਿਕ ਇੰਡੀਪੈਂਡੈਂਸੀ ਉਹ ਵੀ 2019 ਚ ਦੇਖਾਂਗੇ ਤਾਂ ਕਸ਼ਮੀਰ ਵਾਲਾ ਦੇਖਿਆ ਆਪਾਂ ਨੇ। 5 ਅਗਸਤ ਨੂੰ ਟਵੀਟ ਆਉਂਦਾ ਹੈ ਅਰਵਿੰਦ ਕੇਜਰੀਵਾਲ ਦਾ, ਤੇ ਉਹ ਸਵਾਗਤ ਕਰਦੇ ਨੇ ਇਸ ਚੀਜ਼ ਦਾ, ਬਜਾਏ ਕਿ ਉਹਨਾਂ ਦਾ ਟਵੀਟ ਹੋਣਾ ਸੀਗਾ ਕਿ ਦੇਖੋ ਜੀ ਫੈਡਰਲ ਸਟਰਕਚਰ ਨੂੰ ਕਮਜ਼ੋਰ ਨਾ ਕੀਤਾ ਜਾਵੇ। ਹੁਣ ਆਪਾਂ 1.5 ਸਾਲ ਬਾਅਦ ਦੇਖਦੇ ਹਾਂ ਦੁਬਾਰੇ ਕੱਲ ਜਿਹੜਾ ਰਾਜ ਸਭਾ ਤੇ ਲੋਕ ਸਭਾ ਚ ਜਿਹੜਾ ਪਾਸ ਹੋਇਆ, ਜਿਹਦੇ ਚ ਜਿਹੜਾ ਗਵਰਨਰ ਹੈਗਾ ਦਿੱਲੀ ਦਾ, ਉਹਨੂੰ ਜ਼ਿਆਦਾ ਪਾਵਰਸ ਦੇ ਦਿੱਤੀਆਂ ਗਈਆਂ, ਔਰ ਜਿਹੜੀ ਚੁਣੀ ਹੋਈ ਸਰਕਾਰ ਸੀ ਉਹਨੂੰ ਕਮਜ਼ੋਰ ਕਰਿਆ ਗਿਆ। ਤੇ ਉਹ ਵੀ ਫੈਡਰਲ ਸਟਰਕਚਰ ਤੇ ਹੀ ਇੱਕ ਹਮਲਾ ਹੈਗਾ ਦੇਸ਼ ਦੇ। ਤੇ ਇਹਨੂੰ ਠੀਕ ਹੈ ਕਿ ਕੇਜਰੀਵਾਲ ਦੀ ਗਲਤੀ ਰਹੀ 2019 ਚ, ਪਰ ਹੁਣ ਜਿੰਨੇ ਵੀ ਬਾਕੀ ਸੂਬਿਆਂ ਦੇ ਮੁੱਖ ਮੰਤਰੀ ਸਾਹਿਬ ਨੇ, ਜਿੰਨੇ ਵੀ ਉਹਨਾਂ ਨੂੰ ਇਸ ਵਾਸਤੇ ਆਵਾਜ਼ ਉਠਾਉਣੀ ਚਾਹੀਦੀ, ਮੈਨੂੰ ਲੱਗਦਾ ਹੈ। ਤੇ ਸਾਰਿਆਂ ਨੂੰ ਹੀ ਆਵਾਜ਼ ਉਠਾਉਣੀ ਚਾਹੀਦੀ। ਕੇਜਰੀਵਾਲ ਤੋਂ ਜੋ ਵੀ ਗਲਤੀ ਹੋਈ, ਜੋ ਵੀ ਹੋਇਆ, ਉਹਨੂੰ ਵੀ ਇਸ ਤੋਂ ਸਿੱਖ ਕੇ ਅੱਗੇ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਫੈਡਰਲਿਜ਼ਮ ਤੇ ਜਿਹੜੇ ਫੈਡਰਲ ਇਸ਼ੂਸ ਨੇ ਉਹਨਾਂ ਬਾਰੇ ਖੁੱਲ ਕੇ ਗੱਲ ਕਰਨੀ ਚਾਹੀਦੀ। ਕਿਸੇ ਤੇ ਮਤਲਬ ਮੈਂ ਇਹਨੂੰ ਜੇ ਥੋੜਾ ਜਿਹਾ ਤੰਜ ਚ ਨਹੀਂ ਕਹਿ ਸਕਦਾ ਕਿ 1 ਹਫ਼ਤਾ ਪਹਿਲਾਂ ਉਹ ਰਾਮ ਰਾਜ ਲੈਣ ਦੀ ਗੱਲਾਂ ਕਰ ਰਹੇ ਸੀਗੇ ਦਿੱਲੀ ਚ, ਹੁਣ 1 ਹਫ਼ਤੇ ਬਾਅਦ ਦੇਖੋ ਸਰਕਾਰ ਨੇ, ਜਿਹੜੀ ਸੈਂਟਰਲ ਸਰਕਾਰ ਹੈਗੀ, ਕੇਂਦਰ ਦੀ ਸਰਕਾਰ, ਉਹਨੇ ਉਹਨਾਂ ਨਾਲ ਕੀ ਖੇਲ ਕਰਤਾ, ਹੈਨਾ। ਤੇ ਇਹੀ ਹੈ ਕਿ ਫੈਡਰਲ ਇਸ਼ੂਜ਼ ਤੇ ਗੱਲ ਹੋਣੀ ਚਾਹੀਦੀ, ਸੀਰੀਅਸਲੀ ਗੱਲ ਹੋਣੀ ਚਾਹੀਦੀ। ਜਦੋਂ ਅਸੀਂ ਯੂਨੀਵਰਸਿਟੀ 'ਚ ਵੀ ਗੱਲ ਕਰਦੇ ਸੀਗੇ ਤੇ ਸਾਨੂੰ ਕੋਈ ਖਾਲਿਸਤਾਨੀ ਕਹਿੰਦਾ ਸੀਗਾ, ਕੋਈ ਕੁਛ ਕਹਿੰਦਾ ਸੀਗਾ, ਜਦ ਕਿ ਮੈਂ ਪੰਜਾਬ ਤੋਂ ਤਾਂ ਹੈ ਵੀ ਨਹੀਂ, ਮੈਂ ਹਰਿਆਣੇ ਦਾ ਹੈਗਾ, ਫਿਰ ਵੀ ਲੋਕ ਮੈਨੂੰ ਖਾਲਿਸਤਾਨੀ ਕਹਿੰਦੇ ਸੀਗੇ, ਕਿਉਂਕਿ ਮੈਂ ਸਟੇਟ ਨੂੰ ਜ਼ਿਆਦਾ ਪਾਵਰ ਦੇਣ ਦੀ ਗੱਲਾਂ ਕਰਦਾ ਸੀਗਾ। ਬਿਲਕੁਲ। ਅੱਛਾ ਮਨਦੀਪ, ਇਸ ਮਾਨਸਿਕਤਾ ਨੂੰ ਕਿੱਦਾਂ ਦੇਖਦੇ ਹੋ ਕਿ ਜਦੋਂ ਕੋਈ ਆਪਣੇ ਅਧਿਕਾਰਾਂ ਦੀ, ਵੱਧ ਅਧਿਕਾਰਾਂ ਦੀ ਜਾਂ ਖੁਦ ਮੁਖਤਿਆਰੀ ਦੀ ਗੱਲ ਕਰਦਾ ਹੈ ਤਾਂ ਉਹਨੂੰ ਸਟੇਟ ਨਾਲੋਂ, ਉਹਨੂੰ ਸੂਬੇ ਦੇਸ਼ ਦੇ ਨਾਲੋਂ ਇੱਕ ਵੱਖਰਾ ਗਰਦਾਨਣ ਦੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਦੇਸ਼ ਧਰੋਹ ਕਰ ਰਹੇ ਹੋ, ਤੁਸੀਂ ਦੇਸ਼ ਦੇ ਵਿੱਚ ਰਹਿ ਕੇ ਉਸ ਏਕਤਾ ਤੇ ਅਖੰਡਤਾ ਦੀ ਗੱਲ ਨਹੀਂ ਕਰਦੇ। ਪਰ ਜਦੋਂ ਜਮਹੂਰੀ ਢੰਗ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ
ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਮਹੂਰੀਅਤ ਦੇ ਵਿੱਚ ਕਿ ਤਾਨਾਸ਼ਾਹੀ ਰਵੱਈਏ ਦੇ ਨਾਲ। ਤੇ ਇਹਨੂੰ ਕਿੱਦਾਂ ਦੇਖਦੇ ਹੋ ਕਿ ਉੱਥੇ ਤੁਸੀਂ ਕਿਹਾ ਕਿ ਕਾਲਜ ਦੇ ਵਿੱਚ ਤੁਹਾਨੂੰ ਖਾਲਿਸਤਾਨੀ ਗਰਦਾਨ ਦਿੱਤਾ ਗਿਆ, ਇਸ ਤਰ੍ਹਾਂ ਦੀ ਲਹਿਰ ਨੂੰ ਕਿੱਦਾਂ ਦੇਖਦੇ ਹੋ ਕਿ ਥੋਪਣ ਦੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਖਾਲਿਸਤਾਨੀ ਹੋ, ਤੁਸੀਂ ਨਕਸਲਵਾਦ ਹੋ, ਕੋਈ ਅਰਬਨ ਨਕਸਲਵਾਦ ਕਹਿ ਦਿੱਤਾ ਜਾਂਦਾ? ਦੇਖੋ ਇਸ ਚ ਤਾਂ ਹੈ ਹੀ ਕਿ ਇੰਡੀਆ 'ਚ ਆਪ ਜੀ ਨੂੰ ਕੋਈ ਵੀ ਸੀਰੀਅਸ ਫੋਰਸ ਨਹੀਂ ਮਿਲੂਗੀ ਜਿਹੜੀ ਕਿ ਫੈਡਰਲਿਜ਼ਮ ਦੇ ਇਸ਼ੂ ਤੇ ਸੀਰੀਅਸਲੀ ਕੋਈ ਗੱਲਬਾਤ ਕਰਦੀ ਹੋ। ਕੋਈ ਸੰਸਥਾ ਨਹੀਂ ਮਿਲੂਗੀ, ਬਹੁਤ ਘਾਟੇ ਦੇ ਤੇ ਰਿਸਰਚ ਮਿਲਣਗੀਆਂ। ਤੇ ਇਸੇ ਕਰਕੇ ਲੋਕਾਂ ਦੀ ਸ਼ਬਦਾਵਲੀ ਵੀ ਬਹੁਤ ਗੜਬੜ ਹੁੰਦੀ ਹੈ ਤੇ ਲੋਕਾਂ ਨੂੰ ਪਤਾ ਵੀ ਨਹੀਂ ਹੈ ਕਿ ਅਸਲ 'ਚ ਫੈਡਰਲਿਜ਼ਮ ਇਸ਼ੂ ਕੀ ਹੈ ਨਾ। ਕਿਉਂਕਿ ਆਪ ਜੀ ਦੇਖੋਗੇ ਕਿ 3 ਖੇਤੀ ਕਾਨੂੰਨ ਨੇ। ਖੇਤੀ ਤਾਂ ਸਟੇਟ ਦਾ ਵਿਸ਼ਾ ਹੈ ਨਾ, ਪਰ ਕੇਂਦਰ ਸਰਕਾਰ ਨੇ ਸਟੇਟ ਬਾਈਪਾਸ ਕਰਕੇ ਹਨਾ ਇਹ 3 ਕਾਨੂੰਨ ਲੈ ਕੇ ਆਏ ਨੇ। ਉਹ ਤੋਂ ਖੇਤੀਬਾੜੀ ਜਿਹੜੀ ਕਿ ਸਟੇਟ ਦਾ ਵਿਸ਼ਾ ਸੀਗੀ ਉਹ ਵੀ ਉਹਨਾਂ ਨੇ ਖੋਹ ਲਈ ਰਾਜਾਂ ਤੋਂ। ਤੇ ਮਤਲਬ ਸਟੇਟ ਕੀ ਕਰਨ ਦੇ ਰਹਿ ਗਏ, ਕੀ ਕੰਮ ਕਰਨ ਕੇ ਰਹਿ ਗਏ। ਇਹ ਵੀ ਸੋਚਣ ਵਾਲੀ ਹੈ ਕਿ ਸਟੇਟ ਖਾਲੀ ਮੁੱਖ ਮੰਤਰੀ ਕੋਈ ਚੌਕੀਦਾਰ ਨਹੀਂ ਹੈ। ਜਿਹੜਾ ਸੂਬੇ ਦਾ ਮੁੱਖ ਮੰਤਰੀ ਹੈ ਉਹਦੇ ਅਧਿਕਾਰ ਖੇਤਰ 'ਚ ਬਹੁਤ ਸਾਰੀ ਚੀਜ਼ਾਂ ਸੀਗੀਆਂ ਜਿਨ੍ਹਾਂ ਤੇ ਅਸਰ ਆਇਆ ਹੈ। ਫੈਡਰਲਿਜ਼ਮ ਨੂੰ ਤੁਹਾਡੀ ਨਜ਼ਰ ਦੇ ਵਿੱਚ ਕੀ ਫੈਡਰਲਿਜ਼ਮ ਹੈ ਕੀ ਅਸਲ ਦੇ ਵਿੱਚ, ਤੇ ਉਹਨੂੰ ਕਿੱਦਾਂ ਬਚਾਇਆ ਜਾ ਸਕਦਾ? ਦੇਖੋ ਮਤਲਬ ਫੈਡਰਲਿਜ਼ਮ ਦਾ ਜੇ ਆਪਾਂ ਝੋਲਾ ਛਾਪ ਡੈਫੀਨੇਸ਼ਨ ਜੇ ਦੀ ਕਵਾਂ ਜਿਹੜੀ ਕਿ ਆਮ ਲੋਕਾਂ ਨੂੰ ਵੀ ਸਮਝ ਆ ਜਾਏ, ਉਹਦੀ ਡੈਫੀਨੇਸ਼ਨ ਇਹ ਹੈ ਕਿ ਪਾਵਰ ਦਾ ਡੀਸੈਂਟਰਲਾਈਜੇਸ਼ਨ, ਯਾਨੀ ਕਿ ਪਾਵਰ ਨੂੰ ਤੋੜ ਕੇ ਹੋਰ ਛੋਟੀਆਂ ਲੋਕਾਂ ਤੱਕ ਜਿਹੜੀ ਹੋਰ ਸੰਸਥਾਵਾਂ ਨੇ, ਛੋਟੀਆਂ ਸੰਸਥਾਵਾਂ ਉਹਨਾਂ ਤੱਕ ਲੈ ਕੇ ਜਾਣਾ। ਇੱਕ ਪੱਧਰ ਤੇ ਸਟੇਟ ਨੂੰ ਪਾਵਰ ਦੇਣਾ, ਦੂਜੇ ਪੰਚਾਇਤੀ ਰਾਜ ਵੀ ਜਿਹੜਾ ਸਿਸਟਮ ਹੈਗਾ ਜਾਂ ਫਿਰ ਨਗਰ ਕੌਂਸਲਾਂ ਨੇ, ਉਹ ਸਾਰਾ ਹੀ ਇਸ ਡੀਸੈਂਟਰਲਾਈਜੇਸ਼ਨ ਪ੍ਰੋਸੈਸ ਦਾ ਹਿੱਸਾ ਨੇ, ਹਨਾ। ਪੰਚਾਇਤ ਜਿੰਨੀਆਂ ਆਪਣੀ ਪੰਚਾਇਤਾਂ ਹੈਗੀਆਂ ਇਹਨਾਂ ਨੂੰ ਜ਼ਿਆਦਾ ਅਧਿਕਾਰ ਦੇਣਾ, ਸਟੇਟ ਨੂੰ ਜ਼ਿਆਦਾ ਅਧਿਕਾਰ ਦੇਣਾ, ਇਹ ਸਾਰਾ ਇਸ ਪੂਰੇ ਫੈਡਰਲ ਸਟਰਕਚਰ ਦਾ ਇੱਕ ਪੂਰਾ ਪ੍ਰੋਸੈਸ ਹੈ। ਇਹਨੂੰ ਫੈਡਰਲਿਜ਼ਮ ਕਿਹਾ ਜਾਂਦਾ ਹੈ। ਤੇ ਮੇਰਾ ਮੰਨਣਾ ਹੈ ਕਿ ਲੋਕਾਂ ਦੀ ਇੱਕ ਆਪਣੀ ਆਇਡੈਂਟੀਟੀ ਹੁੰਦੀ ਹੈ, ਕਿਸੇ ਇਲਾਕੇ 'ਚ ਰਹਿੰਦੇ ਹੋਇਆਂ ਦੀ ਉਹਨਾਂ ਦੇ ਆਪਣੇ ਇਸ਼ੂਜ਼ ਹੁੰਦੇ ਨੇ ਤੇ ਉਹਨਾਂ ਨੂੰ ਓਨੀ ਆਟੋਨੋਮੀ ਦੇ ਕੇ, ਓਨੀ ਸਵਾਇਤਤਾ ਦੇ ਕੇ, ਓਨੇ ਅਧਿਕਾਰ ਦੇ ਕੇ ਆਪਣੇ ਆਪ ਨੂੰ ਮਤਲਬ ਆਪਣੀ ਡਿਵੈਲਪਮੈਂਟ ਕਰਨ ਦਾ ਮਤਲਬ ਦੇਣਾ ਚਾਹੀਦਾ, ਮੌਕਾ ਦੇਣਾ। ਉਹ ਫੈਡਰਲਿਜ਼ਮ ਦੇ ਰਾਹੀਂ ਹੀ ਨਿਕਲ ਸਕਦਾ ਹੈ। ਦੇਖੋ ਡਾਇਵਰਸਿਟੀ ਇਨ ਯੂਨਿਟੀ ਇਜ਼ ਓਕੇ, ਹੈ ਨਾ, ਪਰ वन नेशन वन लैंग्वेज वन रिलीजन ਇਹ ਖਤਰਨਾਕ ਹੈ ਫਿਰ, ਹੈ ਨਾ, ਕਿਉਂਕਿ ਆਪਣੇ ਦੇਸ਼ 'ਚ ਡਾਇਵਰਸਿਟੀ ਬਹੁਤ ਹੈ ਨਾ। ਤਾਂ ਜਿਹੜਾ ਪਾਵਰ ਦੀ ਸੈਂਟਰਲਾਈਜੇਸ਼ਨ ਹੈਗਾ ਨਾ, ਉਹ ਇਸੇ ਤਰੀਕੇ ਨਾਲ ਹੀ ਚੱਲਦਾ ਹੈ। ਇਹ ਇਸੇ ਤਰੀਕੇ ਨਾਲ ਚੱਲਦੀ ਹੈ ਕਿ ਕੋਈ ਇੱਕ ਭਾਸ਼ਾ ਸਾਰਿਆਂ ਤੇ ਥੋਪੀ ਜਾਂਦੀ ਹੈ। ਇੱਕ ਤਰੀਕੇ ਦਾ ਜਿਹੜਾ ਰਿਲੀਜਨ ਹੈਗਾ, ਰਿਲੀਜੀਅਸ ਐਂਗਲ ਥੋਪਿਆ ਜਾਂਦਾ, ਰਿਲੀਜੀਅਸ ਜਿਹੜਾ ਕਲਚਰ ਹੈਗਾ ਉਹ ਥੋਪਿਆ ਜਾਂਦਾ ਇੱਕ, ਤੇ ਉਹ ਡੇਂਜਰਸ ਹੈਗੀ ਆ। ਅੱਛਾ ਮਨਦੀਪ, ਤੁਸੀਂ ਫੈਡਰਲਿਜ਼ਮ ਦੇ ਵਿੱਚ ਕੇਂਦਰ ਸਰਕਾਰ ਨੂੰ ਕਿੱਦਾਂ ਦੇਖਦੇ ਹੋ ਕਿ ਸਰਕਾਰ ਕਿਉਂ ਇਹ ਸਾਰਾ ਕੁਝ ਹਥਿਆਣਾ ਚਾਹੁੰਦੀ ਹੈ, ਕਿਉਂ सूबे ਦੇ हथ बढ़ना चाहती है? बिल्कुल, ये लग रहा है कि आप अगर के नारे देखेंगे, पॉलिटिकल नारे, वो वही समझ में आ जाएंगे कि वो क्या चाह रहे हैं। वो जैसे वन नेशन वन लैंग्वेज इस तरीके की जो बातचीत वो लोग करते हैं, और साथ में जिस हिसाब से जो उनकी आइडियोलॉजिकल विंग आरएसएस, उसका हिंदू राष्ट्र का सपना है, ये सब चीजें हैं। और वो जो हिंदुस्तान जो बात बोलते हैं, 3 लफ्जों को दोहराते हैं, तो बेसिकली अगर बहुत सारी डाइवर्सिटी रहेगी तो और बहुत सारी डिसेंट्रलाइजेशन रहेगी तो शायद उनको उस काम में दिक्कतें आएंगी। इसीलिए मुझे लगता है कि वो जो एक सेंट्रलाइजेशन है उसकी प्रोसेस को ज्यादा बढ़ावा दे रहे हैं। ਬਿਲਕੁਲ। ਅੱਛਾ, ਇੱਕ ਰਾਸ਼ਟਰਵਾਦ ਦਾ ਰਾਗ ਜਿਵੇਂ ਤੁਸੀਂ ਕਿਹਾ ਕਿ ਕੇਜਰੀਵਾਲ ਸਾਹਿਬ ਨੇ ਵੀ ਅਲਾਪਿਆ, ਪਰ ਫਿਰ ਵੀ ਉਹ ਕੰਮ ਨਹੀਂ ਆਇਆ ਕਿਉਂਕਿ ਕੇਂਦਰ ਦੀ ਜਿਹੜੀ ਨੀਤੀ ਹੈ ਉਹ ਆਪਣੇ ਹਿਸਾਬ ਨਾਲ ਚੱਲਦੇ ਨੇ। ਤੇ ਇਹਨੂੰ ਕਿੱਦਾਂ ਦੇਖਦੇ ਹੋ ਕਿ ਜਦੋਂ ਸੂਬਾ ਸਰਕਾਰਾਂ ਕੋਸ਼ਿਸ਼ ਕਰਨ ਦੀ ਅੱਗੇ ਆਪਣਾ ਇੱਕ ਕਦਮ ਚੁੱਕਦੀਆਂ ਨੇ, ਕੋਸ਼ਿਸ਼ ਕਰਦੀਆਂ ਨੇ, ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਤਿਰੰਗਾ ਬਹੁਤ ਉੱਚਾ ਲਗਾ ਦੇਣਾ ਹੈ, ਅਸੀਂ ਰਾਸ਼ਟਰਵਾਦ ਦੀ ਗੱਲ ਕਰਦੇ ਹਾਂ ਤੇ ਅਸੀਂ ਇਹਨਾਂ ਨੂੰ ਉਸੇ ਹਥਿਆਰ ਨਾਲ ਮਾਰਨਾ, ਜਿਹੜੇ ਹਥਿਆਰ ਦੇ ਨਾਲ ਇਹ ਵੋਟਾਂ ਹੱਥੇ ਆਉਂਦੇ ਨੇ, ਅਸੀਂ ਉਹੀ ਹਥਿਆਰ ਨੂੰ ਵਰਤ ਰਹੇ ਇਹਨਾਂ ਦੇ ਖਿਲਾਫ। देखो ਮੈਨੂੰ लगता है कि जे आप जी ना ਉਹਨਾਂ ਦੀ ਬੋਂਡੀ ਨਕਲ ਕਰੋਗੇ ਤਾਂ ਲੋਕ ਅਸਲੀ ਚੀਜ਼ ਨੂੰ ਖਰੀਦਣਗੇ। ਜੇ ਉਹਦੇ ਕਿਸੇ ਆਪ ਜੀ ਮਾਰਕੀਟ 'ਚ ਜਾਂਦੇ ਹੋ ਤੇ ਕਾਪੀ ਖਰੀਦਣ ਦੀ ਬਜਾਏ ओरिजिनल ਆਈਟਮ ਖਰੀਦਣ ਦੀ ਕੋਸ਼ਿਸ਼ ਕਰੋਗੇ। ਜੇ ਕੋਈ ਆਪ सॉफ्ट हिंदुत्व ਦੀ ਰਾਜਨੀਤੀ ਕਰੋਗੇ ਤਾਂ ਜਿਨ੍ਹਾਂ ਨੇ ਹਿੰਦੂਤਵ की राजनीति खरीदनी ओरिजिनल खरीदणगे,
ਓਰੀਜਨਲ ਦਾ ਉਹਨਾਂ ਕੋਲ ਹੀ ਹੈਗੀ ਆ, ਤੁਸੀਂ ਤਾਂ ਬਸ ਨਕਲ ਹੀ ਕਰ ਰਹੇ ਹੋ ਉਹਨਾਂ ਦੀ, ਨਕਲ ਹਨਾ। ਤੇ ਇਹੀ ਲੱਗਦਾ ਕਿ ਮੈਨੂੰ ਕਿ ਜੇ ਇਹ ਰਾਸ਼ਟਰਵਾਦ ਵੀ ਜਿਹੜਾ ਫਰਜ਼ੀ ਰਾਸ਼ਟਰਵਾਦ ਹੈਗਾ, ਉਹਦੀ ਕੋਈ ਜੇ ਨਕਲ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਲੋਕ ਜੇ ਲੋਕਾਂ ਨੇ ਖਰੀਦਣਾ ਹੈਗਾ ਤਾਂ ਓਰੀਜਨਲ ਖਰੀਦਣਗੇ, ਲੋਕ ਨਕਲੀ ਨੂੰ ਨਹੀਂ ਖਰੀਦਦੇ। ਬਿਲਕੁਲ ਬਿਲਕੁਲ। ਇਸੇ ਹਿੰਦੂਤਵ ਦੀ ਰਾਜਨੀਤੀ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਤਾਂ ਕਿਉਂਕਿ ਇੱਥੇ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਭਾਵੇਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ, ਪਰ ਰਾਜਨੀਤੀ ਜਿਹੜੀ ਹੈ ਇਹ ਮਤਲਬ ਕਿ ਚਲੋ ਜਿਵੇਂ ਕਹਿੰਦੇ ਨੇ ਕਿ ਸਿਆਸੀ ਲੋਕਾਂ ਨੇ ਸਿਆਸਤ ਤਾਂ ਕਰਨੀ ਹੁੰਦੀ ਹੈ, ਪਰ ਸਿਆਸਤ ਇਸ ਪੱਧਰ ਤੱਕ ਕਿ ਲੋਕਾਂ ਨੂੰ ਫਿਰਕਿਆਂ ਦੇ ਵਿੱਚ ਵੰਡ ਦਿਓ। ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਆਪਣਾ ਦੇਸ਼ ਹੈਗਾ, ਇਹਦੀ ਫਾਊਂਡੇਸ਼ਨ ਸੀਗੀ ਉਹ ਬਹੁਤ ਕਮਾਲ ਦੀ ਸੀਗੀ, ਕਿਉਂਕਿ ਇੱਥੇ ਜਦੋਂ 47 ਵਿੱਚ ਜਦੋਂ ਪਾਰਟੀਸ਼ਨ ਹੋ ਰਿਹਾ ਰਿਲੀਜਨ ਦੇ ਆਧਾਰ ਤੇ ਇੱਥੇ ਕੁਝ ਲੋਕਾਂ ਨੇ ਮੁਸਲਿਮਾਂ ਨੇ ਇੱਥੇ ਰੁਕਣ ਲਈ ਅਹਦ ਕੀਤੀ, ਠੀਕ ਹੈ। ਜਾਮਾ ਮਸਜਿਦ ਦੇ ਸਾਹਮਣੇ ਖੜੇ ਹੋ ਕੇ ਉਹਨਾਂ ਨੇ ਅਹਦ ਕੀਤੀ ਤੇ ਉਹਨਾਂ ਕੋਲ ਚੋਇਸ ਸੀਗੀ ਪਾਕਿਸਤਾਨ ਜਾਣ ਦੀ, ਲੇਕਿਨ ਉਹਨਾਂ ਨੇ ਇੱਕ ਸੈਕੂਲਰ ਦੇਸ਼ ਚੁਣਿਆ ਰਹਿਣ ਵਾਸਤੇ, ਕਮਿਊਨਲ ਦੇਸ਼ ਦੀ ਬਜਾਏ ਇੱਕ ਸੈਕੂਲਰ ਦੇਸ਼ ਚੁਣਿਆ। ਤੇ ਇਹੀ ਇਹਦੀ ਖਾਸੀਅਤ ਹੈਗੀ ਇਸ ਮੁਲਕ ਦੀ ਕਿ ਇਹ ਸੈਕੂਲਰ ਦੇਸ਼ ਹੈਗਾ। ਜੇ ਇਹਨੂੰ ਕੋਈ ਇੱਕ ਫਲੇਵਰ ਨਾਲ ਇਹਨੂੰ ਇੱਕੋ ਜਿਹਾ ਬਣਾਉਣ ਦੀ ਕੋਸ਼ਿਸ਼ ਕਰੂਗਾ ਤੇ ਫਿਰ ਉਹ ਫਿਰ ਟਕਰਾਅ ਹੋਊਗਾ। ਜਿਹੜੀ ਦੇਸ਼ ਦੀ ਆਤਮਾ ਹੈਗੀ ਹੈ ਇਸ ਨਾਲ ਉਹਦਾ ਟਕਰਾਅ ਬਿਲਕੁਲ ਨਿਸ਼ਚਿਤ ਹੈਗਾ। ਪਰ ਸਿਆਸੀ ਪਾਰਟੀਆਂ ਇਸ ਚੀਜ਼ ਨੂੰ ਸਮਝਦੀਆਂ ਕਿਉਂ ਨਹੀਂ ਇਹਦੇ ਨਾਲ? ਕਿਉਂਕਿ ਉਹਨਾਂ ਦਾ ਤਾਂ ਚਲੋ ਫਾਇਦਾ ਇੱਕ ਪਾਸੇ ਆ। ਮੇਰੇ ਉਹ ਪਤਾ ਨਹੀਂ ਉਹਨਾਂ ਦੀ ਰਾਜਨੀਤੀ ਹੈਗੀ ਆ ਇਹਦੇ ਚ ਤਾਂ ਆਪਾਂ, ਕਿਉਂਕਿ ਉਹਨਾਂ ਦੇ ਪੋਲੀਟੀਕਲ ਪਾਰਟੀਆਂ ਦੇ ਆਪਾਂ ਆਈਡੀਓਲੋਗ ਹੈਗੇ ਨਹੀਂ। ਅੱਛਾ, ਲੋਕਾਂ ਪੱਧਰ ਤੇ ਕੀ ਸੋਚਦੇ ਹੋ ਕਿ ਲੋਕ ਇਸ ਮਾਨਸਿਕਤਾ ਨੂੰ ਕਿਉਂ ਨਹੀਂ ਸਮਝਦੇ ਕਿ ਕਦੇ ਤੁਸੀਂ ਪਾਕਿਸਤਾਨ ਦਾ ਨਾਮ ਲੈ ਕੇ ਵੋਟਾਂ ਦੇ ਵਿੱਚ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹੋ, ਕਦੇ ਤੁਸੀਂ ਚੀਨ ਦਾ ਨਾਮ ਲੈ ਕੇ, ਕਦੇ ਤੁਸੀਂ ਹਿੰਦੂਵਾਦ ਨੂੰ ਖਤਰੇ ਵਿੱਚ ਦਿਖਾ ਕੇ ਵੋਟਾਂ ਲੈਣ ਦੀ ਰਾਜਨੀਤੀ ਕਰਦੇ ਹੋ? ਲੋਕ ਇਹਨੂੰ ਕਿਉਂ ਨਹੀਂ ਸਮਝਦੇ? ਨਹੀਂ, ਪਰ ਹੁਣ ਲੋਕ ਸਮਝ ਰਹੇ, ਮੈਨੂੰ ਲੱਗ ਰਿਹਾ ਕਿ ਲੋਕ ਸਮਝ ਰਹੇ ਨੇ। ਲੋਕਾਂ 'ਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਕੋਈ ਵੀ ਨੈਰੇਟਿਵ ਚੱਲਦਾ ਨਾ, ਉਹ ਇੱਕ ਦਿਨ 'ਚ ਨਹੀਂ ਉੱਭਰ ਜਾਂਦਾ, ਉਹਦੇ ਪੂਰੀ ਖਾਦ ਪਾਣੀ ਚੱਲ ਰਹੀ ਹੁੰਦੀ ਹੈ। 2025 'ਚ ਅਗਲਿਆਂ ਦੇ 100 ਸਾਲ ਹੋ ਰਹੇ ਨੇ, RSS ਨੂੰ ਬਣੇ ਨੂੰ 2025 'ਚ 100 ਸਾਲ ਹੋ ਜਾਣਗੇ। ਤੇ ਲਾਓ ਪਿਛਲੇ 90-95 ਸਾਲਾਂ ਤੋਂ ਅਗਲੇ ਖਾਦ ਪਾਣੀ ਦੇ ਰਹੇ ਸੀਗੇ ਇੱਕ ਆਈਡੀਆ ਨੂੰ, ਤੇ ਉਹ ਇੱਕ ਟਾਈਮ ਆ ਕੇ ਉੱਭਰ ਗਿਆ। ਵਿਚਕਾਲੇ ਜੀ ਹੁਣ ਇਹ ਵੀ ਦੇਖੋ, ਸਰਦਾਰ ਪਟੇਲ ਜਿਨ੍ਹਾਂ ਨੇ RSS ਤੇ ਬੈਨ ਲਾਇਆ ਸੀ, ਉਹਨਾਂ ਨੂੰ ਵੀ ਉਹ ਆਪਣਾ ਆਈਕਨ ਬਣਾ ਕੇ ਪੇਸ਼ ਕਰ ਰਹੇ ਨੇ ਅਗਲੇ, ਹਨਾ। ਤੇ ਉਹ ਬਹੁਤ ਉਹਨਾਂ ਦਾ ਜਿਹੜੇ ਪ੍ਰੋਪੇਗੈਂਡਾ ਵਾਲਾ ਜਿਹੜਾ ਚੈਨਲ ਹੈਗਾ ਉਹਨਾਂ ਦਾ ਬਹੁਤ ਸਟਰੋਂਗ ਹੈਗਾ, ਉਹ ਬਹੁਤ ਜ਼ਿਆਦਾ ਪ੍ਰੋਪੇਗੈਂਡੇ ਕਰਦੇ ਨੇ। ਤੇ ਉਹ ਪ੍ਰੋਪੇਗੈਂਡਾ 'ਚ ਹੀ ਆ ਕੇ ਲੋਕਾਂ ਦਾ ਇਹ ਹਾਲ ਹੋਇਆ ਹੈ। ਪਰ ਲੋਕ ਹੁਣ ਸਮਝ ਰਹੇ ਨੇ, ਲੋਕ ਹੁਣ ਆਪਣੇ ਖੇਤੀਬਾੜੀ ਦੇ ਮੁੱਦਿਆਂ ਤੇ ਗੱਲ ਕਰ ਰਹੇ ਨੇ। ਹਰਿਆਣੇ 'ਚ, ਪੱਛਮੀ ਉੱਤਰ ਪ੍ਰਦੇਸ਼ 'ਚ ਬਹੁਤ ਜ਼ਿਆਦਾ ਇਹਨਾਂ ਨੇ ਕਮਿਊਨਲ ਹਵਾ ਦੇਣ ਦੀ ਕੋਸ਼ਿਸ਼ ਕੀਤੀ ਸੀਗੀ। 2013 'ਚ ਮੁਜ਼ੱਫਰਨਗਰ ਦੰਗਾ ਵੀ ਹੋਇਆ, ਇਸੇ ਕਰਕੇ ਮੁਜ਼ੱਫਰਨਗਰ ਨੂੰ ਲੋਕ RSS ਦੀ ਪ੍ਰਯੋਗਸ਼ਾਲਾ ਵੀ ਕਹਿੰਦੇ ਨੇ, ਪੱਛਮੀ ਉੱਤਰ ਪ੍ਰਦੇਸ਼ ਨੂੰ। ਪਰ ਉਹੀ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਹੁਣ ਗਾਜੀਪੁਰ ਬੈਠੇ ਨੇ, ਉਹੀ ਉਹ ਅੰਦੋਲਿਤ ਨੇ, ਸਾਰੇ ਹਿੰਦੂ ਮੁਸਲਮਾਨ ਉੱਥੋਂ ਦੇ ਇਕੱਠੇ ਨੇ। ਤੇ ਇਹ ਇੱਕ ਖੂਬਸੂਰਤੀ ਹੈਗੀ ਆ। ਮੈਂ ਇੱਕ ਹੋਰ, ਕਿਉਂਕਿ ਆਪਣਾ ਜਿਹੜਾ ਵੱਡਾ ਪੰਜਾਬ ਹੈਗਾ ਉਹ ਇਸ ਚੀਜ਼ ਨੂੰ ਦੇਖੂਗਾ। ਹਰਿਆਣਾ, ਪੰਜਾਬ, ਪੱਛਮੀ ਉੱਤਰ ਪ੍ਰਦੇਸ਼ ਵੀ ਮੈਂ ਗ੍ਰੇਟਰ ਪੰਜਾਬ ਦਾ ਇੱਕ ਹਿੱਸਾ ਹੀ ਮੰਨਦਾ, ਕਿਉਂਕਿ ਉੱਥੇ ਸਿੱਖ ਵੀ ਬਹੁਤ ਨੇ। ਤੇ ਇਹ ਜਿਹੜੀ ਫਾਰਮਿੰਗ ਟ੍ਰਾਈਬਸ ਹੈਗੀਆਂ, ਆਪਣੀ ਬੋਲੀ ਉਹਨਾਂ ਦੀ ਵੀ ਆਪਣੇ ਤੋਂ ਮਿਲਦੀ ਜੁਲਦੀ ਹੈਗੀ ਹੈ। ਫਾਰਮਿੰਗ ਟ੍ਰਾਈਬਸ ਤੁਸੀਂ ਦੇਖੋਗੇ ਉਹ ਵੀ ਸੇਮ ਹੀ ਹੈਗੀਆਂ। ਤੇ ਪੂਰੇ ਜਿਹੜਾ ਵੱਡਾ ਪੰਜਾਬ ਹੈਗਾ, ਜੇ ਪਾਕਿਸਤਾਨ ਵਾਲਾ ਵੀ ਲੈ ਲਈਏ, ਆਪਣਾ ਜਿਹੜਾ ਪੰਜਾਬ ਹੁਣ ਸੂਬਾ ਹੈ ਉਹਨੂੰ ਲੈ ਲਈਏ, ਹਰਿਆਣੇ ਨੂੰ ਲੈ ਲਈਏ, ਪੱਛਮੀ ਉੱਤਰ ਪ੍ਰਦੇਸ਼ ਲੈ ਲਈਏ, ਪੱਛਮੀ ਉੱਤਰ ਪ੍ਰਦੇਸ਼ ਸਿਰਫ ਇਹੋ ਜਿਹਾ ਇਲਾਕਾ ਸੀਗਾ ਜਿਹਦੇ 'ਚ 3 ਧਰਮਾਂ ਦੇ ਲੋਕ ਇਕੱਠੇ ਰਹਿੰਦੇ ਸੀਗੇ ਇੱਕ ਪਿੰਡ 'ਚ। ਮੁਸਲਮਾਨ ਵੀ ਆਪ ਜੀ ਨੂੰ ਮਿਲ ਜਾਣਗੇ, ਸਿੱਖ ਵੀ ਮਿਲ ਜਾਣਗੇ, ਹਿੰਦੂ ਵੀ ਮਿਲ ਜਾਣਗੇ। ਕੱਲਾ ਪੱਛਮੀ ਉੱਤਰ ਪ੍ਰਦੇਸ਼ ਇਹੋ ਜਿਹਾ ਸੂਬਾ ਸੀਗਾ। ਪਰ 2013 'ਚ ਅਗਲਿਆਂ ਨੇ ਉੱਥੇ ਵੀ ਦੰਗੇ ਕਰਾ ਦਿੱਤੇ ਤੇ ਪਿੰਡਾਂ ਤੋਂ ਮੁਸਲਮਾਨਾਂ ਨੂੰ ਸ਼ਹਿਰ ਜਾਣਾ ਪਿਆ, ਬਹੁਤ ਸਾਰੇ ਮੁਸਲਮਾਨਾਂ ਦਾ ਪਲਾਇਨ ਹੋਇਆ। ਤੇ ਇਹ ਮਤਲਬ ਪਹਿਲਾਂ ਜਿਹੜਾ ਪੰਜਾਬ ਸੂਬਾ ਸੀਗਾ, ਉਹਨਾਂ ਦੇ ਪਿੰਡਾਂ ਦੀ ਫੋਰਮੇਸ਼ਨ ਆਪ ਜੀ ਦੇਖੋਗੇ ਤੇ ਉੱਥੇ ਮੁਸਲਿਮ, ਸਿੱਖ, ਹਿੰਦੂ ਸਾਰੇ ਇਕੱਠੇ ਰਹਿੰਦੇ ਹੁੰਦੇ ਸੀਗੇ। ਪਰ ਜਿੰਨੇ ਪਾਰਟੀਸ਼ਨ ਹੋਏ ਪੰਜਾਬ ਦੇ, ਉਹਨਾਂ 'ਚ ਦੇਖੋਗੇ ਕਿ ਇੱਕ ਹਿੱਸਾ ਜਿਹੜੇ ਮੁਸਲਿਮ ਪੰਜਾਬੀ ਸੀਗੇ ਉਹ ਪਾਕਿਸਤਾਨ ਚਲੇ ਗਏ। ਇੱਕ ਫਿਰ 1966 'ਚ ਦੁਬਾਰਾ ਪਾਰਟੀਸ਼ਨ ਹੋਇਆ ਤਾਂ ਇੱਧਰ ਹਰਿਆਣਾ ਅੱਡ ਕਰਤਾ, ਉੱਧਰ ਸਿੱਖ ਪੰਜਾਬੀ ਉੱਥੇ ਕਰਤੇ। ਕੱਲਾ ਪੱਛਮੀ ਉੱਤਰ ਪ੍ਰਦੇਸ਼ ਬਚਿਆ ਸੀਗਾ ਜਿੱਥੇ ਤਿੰਨੋਂ ਧਰਮਾਂ ਦੇ ਕਿਸਾਨ
ਸੀਗੇ ਉਹ ਇਕੱਠੇ ਰਹਿੰਦੇ ਸੀਗੇ, ਹੁਣ ਉੱਥੇ ਵੀ ਇਹਨਾਂ ਨੇ 2013 ਚ ਦੰਗੇ ਕਰਾ ਕੇ ਮੁਸਲਮਾਨਾਂ ਨੂੰ ਅੱਡ ਕਰਤਾ। ਤਾਂ ਇਹ ਸਮਝਣ ਵਾਲਾ ਹੈਗਾ ਇਹਨਾਂ ਦਾ। ਇਹ ਤਾਂ ਫਿਰ ਅਗਲੇ ਤਾਂ ਪੂਰੇ ਮਤਲਬ ਧਰਮ ਦੇ ਆਧਾਰਿਤ ਵੰਡ ਕਰਦੇ ਹੀ ਨੇ। ਆਪਾਂ ਨੂੰ ਦੇਖਣਾ ਪਊਗਾ ਕਿ ਆਪਾਂ ਕਿੱਥੇ ਖੜੇ ਹੈਗੇ ਆ। ਹੁਣ ਆਪਾਂ, ਮੈਨੂੰ ਲੱਗਦਾ ਕਿ ਖੇਤੀ ਕਿਸਾਨੀ ਤੇ ਖੜੇ ਹੈਗੇ ਆ। ਅਕਰੋਸ ਦ ਰਿਲੀਜਨ ਸਾਰੀ ਫਾਰਮਿੰਗ ਟ੍ਰਾਈਬਸ ਇਕੱਠੀ ਹੋਈਆਂ ਨੇ। ਉੱਥੇ ਜਾ ਕੇ ਗਾਜ਼ੀਪੁਰ ਜਾ ਕੇ ਦੇਖੋਗੇ ਮੁਸਲਿਮ ਜੱਟ ਵੀ ਬੈਠੇ ਨੇ, ਹਿੰਦੂ ਜੱਟ ਵੀ ਬੈਠੇ ਨੇ, ਸਿੱਖ ਜੱਟ ਵੀ ਬੈਠੇ ਨੇ, ਮੁਸਲਿਮ ਗੁੱਜਰ ਵੀ ਬੈਠੇ ਨੇ, ਹਿੰਦੂ ਗੁੱਜਰ ਵੀ ਬੈਠੇ ਨੇ, ਤੇ ਮੁਸਲਿਮ ਦਲਿਤ ਵੀ ਬੈਠੇ ਨੇ, ਹਿੰਦੂ ਦਲਿਤ ਵੀ ਬੈਠੇ ਨੇ, ਪੰਜਾਬੀ ਦਲਿਤ ਵੀ ਬੈਠੇ ਨੇ। ਤੇ ਜਿਹੜੇ ਅਕਰੋਸ ਦਾ ਰਿਲੀਜਨ ਆਪ ਜੀ ਦੇਖੋਗੇ, ਜਿੰਨੀ ਵੀ ਫਾਰਮਿੰਗ ਟ੍ਰਾਈਬ ਸੀਗੀਆਂ ਤੇ ਜਿੰਨੀ ਵੀ ਲੇਬਰ ਟ੍ਰਾਈਬ ਸੀਗੀਆਂ, ਸਾਰੀਆਂ ਇਕੱਠੀਆਂ ਬੈਠੀਆਂ ਨੇ। ਇਹ ਸੋਹਣੀ ਗੱਲ, ਇਸ ਅੰਦੋਲਨ ਦੀ ਇਹ ਪ੍ਰਾਪਤੀ ਵੀ ਹੈਗੀ ਆ ਕਿ ਜਿਹੜਾ ਮਤਲਬ ਇਹਨਾਂ ਨੇ ਪਾੜਾ ਪਾਇਆ ਸੀ ਧਰਮਾਂ ਦੇ ਨਾਂ ਤੇ, ਉਹ ਵੀ ਦੂਰ ਹੋਇਆ ਤੇ ਨਾਲ ਇੱਕ ਦੂਜੇ ਨੂੰ ਸਮਝਣ ਦਾ ਵੀ ਮੌਕਾ ਮਿਲਿਆ। ਹਰਿਆਣੇ ਵਾਲਿਆਂ ਨੂੰ ਪਤਾ ਲੱਗਿਆ ਕਿ ਨਿਸ਼ਾਨ ਸਾਹਿਬ ਦਾ ਮਤਲਬ ਕੀ ਹੁੰਦਾ ਹੈ, ਲੰਗਰ ਸਿਸਟਮ ਕੀ ਹੁੰਦਾ ਹੈ, ਗੁਰਦੁਆਰਾ ਪਾਠ, ਉਹ ਸਾਰੇ ਹਰਿਆਣੇ ਵਾਲਿਆਂ ਨੇ ਸਿੱਖਿਆ ਹੈ। ਮਤਲਬ ਮੈਂ ਇੱਕ ਹਰਿਆਣਵੀ ਬਜ਼ੁਰਗ ਨਾਲ ਗੱਲ ਕਰ ਰਿਹਾ ਸੀਗਾ, ਉਹਨਾਂ ਨੇ ਮੈਂ ਪੁੱਛ ਰਿਹਾ ਸੀਗਾ ਉਹਨਾਂ ਤੋਂ ਕਿ ਆਪ ਜੀ ਨੇ ਕੀ ਸਿੱਖਿਆ। ਉਹਨਾਂ ਨੇ ਦੱਸਿਆ ਕਿ ਨਿਸ਼ਾਨ ਸਾਹਿਬ ਦਾ ਮਤਲਬ ਕੀ ਹੁੰਦਾ ਹੈ, ਪਾਠ ਦਾ ਮਤਲਬ ਉਹਨਾਂ ਨੇ ਇਹ ਵੀ ਦੱਸਿਆ ਕਿ ਗੁਰਬਾਣੀ ਚ ਕਿਹਨਾਂ ਦੇ ਪਾਠ ਹੈਗੇ ਆ, ਕਿਹਨਾਂ ਦੇ ਸ਼ਬਦ ਹੈਗੇ ਆ। ਉਹ ਸਾਰਾ ਹਰਿਆਣਵੀ ਬਜ਼ੁਰਗ ਨੇ ਮੈਨੂੰ ਦੱਸਿਆ। ਤੇ ਇਹ ਮਤਲਬ ਜਿਹੜਾ ਲੋਕ ਉੱਥੇ ਬੈਠੇ ਨੇ, ਲੋਕ ਕੋਲ ਚ ਬੈਠੇ ਨੇ ਇਸ ਦਿੱਲੀ ਮੋਰਚੇ ਚ, ਉੱਥੇ ਲੋਕ ਆਪਸ ਚ ਕਲਚਰਲ ਵੀ ਬਹੁਤ ਸਾਰਾ ਕੁਝ ਸਿੱਖ ਰਹੇ ਨੇ। ਇਹ ਇੱਕ ਸਾਂਝ ਸੀਗੀ ਨਾ, ਉਹ ਪੈ ਰਹੀ ਹੈ ਦੁਬਾਰੇ। ਬਿਲਕੁਲ ਉਹ ਸਾਂਝ ਬਿਲਕੁਲ ਪੈ ਰਹੀ ਹੈ, ਉਹਦੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ। ਇੱਕ ਮਨਦੀਪ ਇਹ ਦੱਸਿਓ, ਮੇਰੇ ਧਿਆਨ ਵਿੱਚ ਆ ਰਿਹਾ ਸੀ ਕਿ ਸਵਾਲ ਇਹ ਕਰਨਾ ਸੀ ਕਿ ਪੱਤਰਕਾਰੀ ਦੇ ਦੌਰਾਨ ਤੁਸੀਂ ਗੋਦੀ ਮੀਡੀਆ ਨੂੰ ਕਿੱਦਾਂ ਦੇਖਦੇ ਹੋ, ਕਿ ਗੋਦੀ ਮੀਡੀਆ ਦੀ ਭੂਮਿਕਾ ਜਿਹੜੀ ਸਿਆਸਤ ਦੇ ਨਾਲ, ਸਿਆਸਤਦਾਨਾਂ ਦੇ ਨਾਲ ਰਲ ਕੇ ਕਿਸ ਤਰ੍ਹਾਂ ਦੀ ਆ, ਤੇ ਉਹ ਇਸ ਚੀਜ਼ ਵਿੱਚੋਂ ਬਾਹਰ ਕਿਉਂ ਨਹੀਂ ਨਿਕਲ ਰਹੇ? ਕੀ ਉਹ ਨਿਕਲਣਾ ਚਾਹੁੰਦਾ ਗੋਦੀ ਮੀਡੀਆ ਕਿ ਅਸੀਂ ਸਰਕਾਰਾਂ ਦੇ ਚੁੰਗਲ ਚੋਂ ਬਾਹਰ ਨਿਕਲ ਕੇ ਇੱਕ ਆਜ਼ਾਦ ਤੌਰ ਦੇ ਉੱਤੇ ਜਿਹੜੀ ਹਰ ਫਿਰਕੇ ਦੀ, ਹਰ ਜਿਹੜੇ ਵਰਗ ਦੀ ਗੱਲ ਕਰੀਏ? ਮੈਨੂੰ ਲੱਗਦਾ ਹੈ ਕਿ ਜਿਹੜਾ ਉਹਦਾ ਸਟਰਕਚਰ ਹੈਗਾ ਉਹੀ ਖਾਸਾ ਗੜਬੜ ਹੈਗਾ, ਕਿਉਂਕਿ ਉਹ ਕੋਰਪੋਰੇਟ ਘਰਾਣਿਆਂ ਦੇ ਮੀਡੀਆ ਹਾਊਸ ਨੇ, ਉਹ ਜਿਹੜੇ ਅਦਾਰੇ ਨੇ, ਜਿਹੜੇ ਕੋਰਪੋਰੇਟ ਘਰਾਣਿਆਂ ਦੇ ਅਦਾਰੇ ਹੈਗੇ ਆ, ਤੇ ਜਿਹੜੇ ਕੋਰਪੋਰੇਟ ਘਰਾਣੇ ਹੈਗੇ ਆ ਉਹਨਾਂ ਦੀ ਸਰਕਾਰ ਨਾਲ ਸਾਂਝ ਹੈਗੀ ਆ। ਤੇ ਉਹਨਾਂ ਨੂੰ ਜਿੰਨੇ ਵੀ ਉਹਨਾਂ ਦੇ ਐਮਪਲੋਈਜ਼ ਨੇ, ਉਹਨਾਂ ਨੂੰ ਫਿਰ ਆਪਣੇ ਦਰਬਾਰੀਆਂ ਵਾਂਗ ਹੀ ਵਰਤਣਾ ਹੈਗਾ, ਉਹਨਾਂ ਤੋਂ ਪ੍ਰੋਪੇਗੈਂਡਾ ਹੀ ਕਰਾਉਣਾ ਹੈਗਾ। ਉਹ ਚਾਹ ਕੇ ਵੀ ਬਹੁਤ ਸਾਰਾ ਕੁਝ ਨਹੀਂ ਕਰ ਪਾਉਂਦੇ। ਮੈਂ ਬਹੁਤ ਸਾਰੇ ਟੀਵੀ 'ਚ ਪੱਤਰਕਾਰਾਂ ਨੂੰ ਜਾਣਦਾ ਜਿਹੜੇ ਸਾਡੇ ਨਾਲ ਵੀ ਪੜ੍ਹੇ, ਸਾਡੇ ਤੋਂ ਵੱਡੇ ਵੀ ਹੈਗੇ ਆ, ਜਿਹੜਾ ਬਹੁਤ ਕੁਝ ਜਿਨ੍ਹਾਂ ਅੰਦਰ ਦਬਾਈ ਬੈਠੇ ਨੇ, ਪਰ ਉਹ ਰੋਜੀ ਰੋਟੀ ਦੇ ਚੱਕਰ 'ਚ ਬਹੁਤ ਕੁਝ ਨਹੀਂ ਕਰ ਪਾਉਂਦੇ। ਬਹੁਤ ਕੁਝ ਉਹਨਾਂ ਅੰਦਰ ਰੱਖਣਾ ਪੈਂਦਾ ਹੈ ਉਹਨਾਂ ਦੀ। ਉਹ ਸਾਰੀਆਂ ਚੀਜ਼ਾਂ ਹੈਗੀਆਂ। ਗੋਦੀ ਮੀਡੀਆ ਤਾਂ ਮਤਲਬ ਇਹਨੂੰ ਜੇ ਜ਼ਿਆਦਾ ਬਰੀਕੀ ਨਾਲ ਦੇਖੋਗੇ ਤਾਂ ਅਸਲ 'ਚ ਉਹ ਨਿਕਲ ਕੇ ਆਊਗਾ, ਉਹ ਕਾਰਪੋਰੇਟ ਮੀਡੀਆ ਨਿਕਲ ਕੇ ਆਊਗਾ। ਪੱਤਰਕਾਰਿਤਾ ਮੈਨੂੰ ਲੱਗਦਾ ਹੈ ਕਿ ਜੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਹੋਊਗੀ ਤਾਂ ਫਿਰ ਕੁਝ ਨਿਕਲਣਾ ਹੈ ਨਹੀਂ ਇਹਦੇ ਤੋਂ। ਪਰ ਲੋਕ ਵੀ ਉਹਨੇ ਆਪਣੇ ਤਿਆਰ ਨਹੀਂ ਕਿ ਲੋਕ ਪੱਖੀ ਪੱਤਰਕਾਰਿਤਾ ਨੂੰ ਵੀ ਸਪੋਰਟ ਕਰਦੇ ਨੇ। ਲੋਕਾਂ ਨੇ ਆਖਰ 'ਚ ਆ ਕੇ ਖਰੀਦਣਾ ਦੈਨਿਕ ਜਾਗਰਣ, ਦੈਨਿਕ ਭਾਸਕਰ ਹੀ ਹੈਗਾ। 100 ਰੁਪਏ ਮਹੀਨੇ ਦਾ ਉਸ ਅਖਬਾਰ ਉਹਨਾਂ ਅਖਬਾਰਾਂ ਵਾਸਤੇ ਦੇ ਦੇਣਗੇ। ਪਰ ਜੇ ਕੋਈ ਇੰਡੀਪੈਂਡੈਂਟਲੀ ਰਨ ਕੋਈ ਨਿਊਜ਼ ਵੈਬਸਾਈਟ ਹੋਊਗੀ, ਉਹਨੂੰ ਉਹ ਸਬਸਕ੍ਰਾਈਬ ਨਹੀਂ ਕਰਨਗੇ 100 ਰੁਪਏ 'ਚ। ਤਾਂ ਉਹ ਲੋਕਾਂ ਦਾ ਹਜੇ ਟੇਸਟ ਹੌਲੀ ਹੌਲੀ ਡਿਵੈਲਪ ਹੋਊਗਾ। ਇਸ ਅੰਦੋਲਨ ਤੋਂ ਬਾਅਦ ਤਾਂ ਡੈਫੀਨੇਟਲੀ ਡਿਵੈਲਪ ਹੋਊਗਾ। ਹੁਣ ਲੋਕ ਜੇ ਅਸੀਂ ਜਾਂਦੇ ਆ ਕਵਰ ਕਰਨ ਤਾਂ ਉਹ ਸਾਨੂੰ ਵੀ ਕਹਿੰਦੇ ਨੇ ਕਿ ਯਾਰ ਆਜ਼ਾਦ ਪੱਤਰਕਾਰਿਤਾ ਤਾਂ ਬਹੁਤ ਵਧੀਆ ਚੀਜ਼ ਹੈ। ਸਾਡੇ ਨਾਲ ਤਾਂ ਸਾਰੇ ਆਜ਼ਾਦ ਪੱਤਰਕਾਰ ਹੀ ਖੜੇ ਨੇ। ਉਸ ਤੋਂ ਇਲਾਵਾ ਤਾਂ ਮੀਡੀਆ ਸਾਨੂੰ ਖਾਲਿਸਤਾਨੀ ਕਹਿੰਦਾ, ਆਤੰਕਵਾਦੀ ਕਹਿੰਦਾ, ਇਹ ਕਹਿੰਦਾ, ਉਹ ਕਹਿੰਦਾ। ਲੋਕ ਸਮਝ ਰਹੇ ਨੇ। ਪਰ ਦੇਖੋ ਟੇਸਟ ਕਿੰਨਾ ਟਾਈਮ ਲੱਗੂਗਾ ਟੇਸਟ ਡਿਵੈਲਪ ਹੋਣ 'ਚ, ਕਿ ਆਜ਼ਾਦ ਪੱਤਰਕਾਰਿਤਾ ਦਾ ਜਿਹੜਾ ਟੇਸਟ ਲੋਕਾਂ ਦੇ ਜ਼ੁਬਾਨ ਤੇ ਕਦੋਂ ਤੱਕ ਚੜੂਗਾ, ਉਹ ਦੇਖਣ ਵਾਲਾ ਹੈਗਾ। ਬਿਲਕੁਲ। ਅੱਛਾ, ਇੱਕ ਜਦੋਂ ਅੰਦੋਲਨ ਸ਼ੁਰੂ ਹੋਇਆ ਪੰਜਾਬ ਤੋਂ, ਤਾਂ ਤੁਸੀਂ ਚਲੋ ਤੁਹਾਡਾ ਹਰਿਆਣਾ ਦੇ ਵਿੱਚ ਰੋਲ ਜਿੱਦਾਂ ਦਾ ਰਿਹਾ, ਹੁਣ ਉੱਥੇ ਕਿੱਦਾਂ ਦੇਖਦੇ ਹੋ ਕਿ ਅੰਦੋਲਨ ਦੇ ਦੌਰਾਨ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਕਿ ਆਹ ਵੀ ਮੁੱਦਾ ਤੁਸੀਂ ਵਿੱਚ ਪਾ ਲਓ, ਇਹ ਵੀ ਮੁੱਦਾ ਹੋਣਾ ਚਾਹੀਦਾ ਹੈ, ਕਿ ਪਤਾ ਨਹੀਂ ਮੁੜ ਕੇ ਮੌਕਾ ਮਿਲਣਾ ਕਿ ਨਹੀਂ ਮਿਲਣਾ ਸਰਕਾਰ ਤੋਂ ਮੰਗਾਂ ਮਨਵਾਉਣ ਦਾ, ਇਹ ਸਾਰੇ ਮੁੱਦੇ ਹੋਰ ਵਿੱਚ ਪਾ ਲਓ। ਕੀ ਏਦਾਂ ਹੋਣਾ ਚਾਹੀਦਾ ਹੈ ਕਿ ਜਿਸ ਮੁੱਦੇ ਨੂੰ ਲੈ ਕੇ ਅਸੀਂ ਚੱਲੇ ਹਾਂ ਸਿਰਫ ਉਸੇ ਦੀ ਗੱਲ ਹੋਣੀ ਚਾਹੀਦੀ ਹੈ? ਦੇਖੋ ਮਤਲਬ ਜਿਹੜਾ ਸੰਘਰਸ਼ ਹੈਗਾ ਨਾ ਲੋਕਾਂ ਦਾ, ਜਦੋਂ ਲੋਕ ਇਕੱਠੇ ਹੁੰਦੇ ਨੇ ਨਾ, ਤਾਂ ਫਿਰ ਉਹ ਦੇਖਦੇ ਨੇ, ਮਤਲਬ ਉਹ ਬੈਠ ਕੇ ਖੁਦ ਹੀ ਡਿਸਕਸ ਕਰਦੇ ਨੇ, ਹੈ ਨਾ। ਉਹ ਕਿਸੇ ਇੱਕ ਫਰੇਮ 'ਚ ਨਹੀਂ ਰਹਿ ਸਕਦੇ। ਉਹ ਜਦੋਂ ਡਿਸਕਸ਼ਨ ਹੋਊਗੀ ਤਾਂ ਉਹ ਦੇਖਣਗੇ
ਕਿ ਅੱਛਾ ਇਹਨਾਂ ਨੇ ਤਾਂ ਸਾਡੇ ਨਾਲ ਇਹ ਵੀ ਧੱਕਾ ਕੀਤਾ ਸੀਗਾ, ਉਹ ਵੀ ਧੱਕਾ ਕੀਤਾ ਸੀਗਾ, ਤੇ ਲੋਕ ਤਾਂ ਡਿਸਕਸ ਕਰਨਗੇ। ਪਰ ਮਤਲਬ ਜੇ ਇਸ਼ੂ ਸਪੈਸੀਫਿਕ ਰਹੀਏ ਤਾਂ ਜ਼ਿਆਦਾ ਵਧੀਆ ਗੱਲ ਹੈ, ਜ਼ਿਆਦਾ ਵਧੀਆ ਚੋਟ ਕਰ ਸਕਦੇ ਹੋ। ਪਰ ਇਹ ਮਤਲਬ ਡੈਮੋਕ੍ਰੇਸੀ, ਇਹ ਸਕੂਲ ਹੈਗਾ ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਸਕੂਲ ਹੈਗਾ। ਜੇ ਕੋਈ ਵੀ ਕੋਡ ਹੁੰਦਾ ਹੈ ਉਹ ਡੈਮੋਕ੍ਰੇਸੀ ਦਾ ਸਕੂਲ ਹੁੰਦਾ, ਉੱਥੇ ਲੋਕ ਡਿਸਕਸ ਕਰਦੇ ਨੇ, ਸਾਰੀਆਂ ਗੱਲਾਂ ਡਿਸਕਸ ਕਰਨਗੇ। ਹਾਂ, ਉਹਦੇ 'ਚ ਉਹ ਫਿਰ ਇੱਕ ਪ੍ਰੋਸੈਸ ਹੁੰਦੀ ਹੈ, ਚੀਜ਼ਾਂ ਰਿਫਾਈਨ ਵੀ ਹੋਣਗੀਆਂ, ਜਿਹੜੇ ਥੋਟਸ ਹੈਗੇ ਆ ਉਹ ਵੀ ਰਿਫਾਈਨ ਹੋ ਕੇ ਬਾਹਰ ਨਿਕਲਣਗੇ। ਤਾਂ ਮੈਨੂੰ ਲੱਗਦਾ ਕਿ ਇਹ ਗੱਲਾਂ ਵੀ ਡਿਸਕਸ ਹੋਣੀਆਂ ਹੀ ਚਾਹੀਦੀਆਂ ਕਿ ਆਹ ਵੀ ਵਿੱਚੇ ਪਾ ਲਓ, ਉਹ ਵੀ ਵਿੱਚੇ ਪਾ ਲਓ। ਮਤਲਬ ਘੱਟੋ ਘੱਟ ਆਈਡੈਂਟੀਫਾਈ ਤਾਂ ਕਰ ਰਹੇ ਹੈਗੇ ਆ ਨਾ ਅਗਲੇ, ਕਿ ਆਹ ਵੀ ਦਿੱਕਤਾਂ ਨੇ, ਉਹ ਵੀ ਦਿੱਕਤਾਂ ਨੇ, ਹੈਨਾ। ਤੇ ਦੂਜਾ, ਲੋਕ ਸਿੱਖ ਰਹੇ ਨੇ ਕਿਸਾਨ ਅੰਦੋਲਨ ਤੋਂ ਬਹੁਤ। ਜੇ ਅੱਗੇ ਜ਼ਰੂਰਤ ਲੋੜ ਪਈ ਲੋਕਾਂ ਨੂੰ ਲੜਨ ਦੀ ਤਾਂ ਲੋਕ ਇਸੇ ਨੂੰ ਆਧਾਰ ਬਣਾ ਕੇ ਅੱਗੇ ਵੀ ਲੜਨਗੇ। ਬਿਲਕੁਲ। ਕੀ ਲੱਗਦਾ ਕਿ ਇਹ ਮਤਲਬ ਕਿ ਜਿਵੇਂ ਤੁਸੀਂ ਕਿਹਾ ਕਿ ਲੋਕ ਅੱਗੇ ਵੀ ਲੜਨਗੇ, ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਇਸ ਕਾਬਲ ਛੱਡੇਗੀ ਲੋਕਾਂ ਨੂੰ, ਜਿਸ ਢੰਗ ਦੇ ਨਾਲ ਰਵੱਈਆ ਅਪਣਾਇਆ ਹੋਇਆ ਹੈ ਕਿ ਗੱਲਬਾਤ ਕਰਨੀ ਨਹੀਂ, ਕਿਸਾਨਾਂ ਦੇ ਉੱਤੇ ਸਭ ਕੁਝ ਥੋਪ ਦਿੱਤਾ ਕਿ ਹਰ ਕਾਸੇ ਦੇ ਜ਼ਿੰਮੇਵਾਰ ਕਿਸਾਨ ਨੇ? ਦੇਖੋ, ਜਿੰਨਾ ਆਪਾਂ ਤੁਰਦੇ ਫਿਰਦੇ ਆ ਅੰਦੋਲਨ 'ਚ, ਉਹਨਾਂ ਆਪਾਂ ਮੈਨੂੰ ਜਿਹੜਾ ਕਿ ਸਮਝ ਲੱਗਿਆ ਉਹ ਇਹ ਲੱਗਿਆ ਕਿ ਉੱਥੇ ਜਿੰਨਾ ਵੀ ਬੰਦਾ ਬੈਠਾ ਉਹ ਉਹੀ ਨਹੀਂ ਬੈਠਾ ਨਾ ਕਿਸੇ ਦੀ ਦਿਹਾੜੀ ਤੇ ਬੈਠਾ, ਨਾ ਉਹੀ ਟਾਈਮ ਪਾਸ ਕਰਨ ਲਈ ਬੈਠਾ। ਉਹ ਸਾਰੇ ਆਪਸ 'ਚ ਗੱਲਬਾਤ ਕਰ ਰਹੇ ਨੇ, ਸਿੱਖ ਰਹੇ ਨੇ, ਤੇ ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਸਰਕਾਰ ਦੀ, ਜਿਹੜੀਆਂ ਨੀਤੀਆਂ ਹੈਗੀਆਂ, ਉਹਨਾਂ ਨੂੰ ਵੀ ਉਹ ਇੱਕ ਪ੍ਰੋਸੈਸ ਵਾਈਜ਼ ਉਹਨਾਂ ਨੂੰ ਸਮਝ ਰਹੇ ਨੇ। ਤੇ ਸਰਕਾਰ ਲਈ ਇੰਨਾ ਆਸਾਨ ਹੈ ਨਹੀਂ ਕਿ ਇਹਨੂੰ ਦਬਾ ਦੂਗੀ। ਹੁਣ ਤਾਂ ਜਮਾ ਹੀ ਆਸਾਨ ਨਹੀਂ ਹੈ, ਤੇ ਲੋਕ ਵੀ ਅੱਗੇ ਵਾਸਤੇ ਤਿਆਰ ਹੋ ਰਹੇ ਨੇ, ਹੋਰ ਵੀ ਲੜਾਈਆਂ ਲੜਨਗੇ ਤੇ ਇਹਨੂੰ ਵੀ ਜਿੱਤਣਗੇ। ਬਸ ਮੈਨੂੰ ਇੱਕ ਹੀ ਡਰ ਹੁੰਦਾ ਹੈ ਕਿ ਬਸ ਜਿਹੜੇ ਆਪਣੇ ਆਗੂ ਹੈਗੇ ਉਹਨਾਂ ਦੇ ਪੈਰ ਨਾ ਕੰਬ ਜਾਣ, ਬਾਕੀ ਲੋਕ ਤਾਂ ਪੂਰੇ ਤਿਆਰ ਬੈਠੇ ਨੇ ਐਨ ਜਮਾ ਗੱਡ ਕੇ, ਹੈ। ਉਹ ਤਾਂ ਜਮਾ ਪਟਾਂ ਤੇ ਤੇਲ ਲਾਈ ਬੈਠੇ ਨੇ ਲੋਕ ਤਾਂ ਲੜਨ ਸੰਘਰਸ਼ ਵਾਸਤੇ। ਹੁਣ ਬਸ ਇੰਨਾ ਕਹਿ ਕਿ ਕੋਈ ਆਗੂ ਨਾ ਭੱਜ ਲਵੇ ਉੱਥੋਂ, ਬਈ ਇੰਨਾ ਕੁ ਡਰ ਹੈ। ਉਸ ਤੋਂ ਜ਼ਿਆਦਾ ਲੋਕਾਂ ਕਿਹਾ ਜਾਂਦਾ ਹੈ ਕਿ ਆਗੂ ਆਪਣੀ ਸਿਆਸੀ ਪਾਰਟੀ ਖੜੀ ਕਰਨ, ਹਾਲਾਂਕਿ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਸਿਆਸੀ ਪਾਰਟੀ ਨਹੀਂ ਬਣਾਣੀ। ਪਰ ਕੀ ਲੱਗਦਾ ਹੈ ਕਿ ਅੰਦੋਲਨ ਦੇ ਵਿੱਚੋਂ ਜੋ ਕੁਝ ਸਿੱਖਿਆ, ਜੋ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਹੈ, ਲੋਕਾਂ ਨੂੰ ਉਮੀਦਾਂ ਹੋਣ ਲੱਗ ਜਾਂਦੀਆਂ ਕਿ ਸਾਨੂੰ ਜਿੰਨਾ ਹੁਣ ਤੱਕ ਸਿਆਸੀ ਲੋਕਾਂ ਨੇ ਲੁੱਟਿਆ ਕੁੱਟਿਆ ਸੀ, ਉਹ ਤੋਂ ਮੁਕਤ ਹੋ ਕੇ ਇੱਕ ਨਵਾਂ ਸਿਆਸੀ ਨਿਜ਼ਾਮ ਜਿਹੜਾ ਖੜਾ ਕਰੀਏ? ਦੇਖੋ, ਮੈਨੂੰ ਇਹ ਲੱਗਦਾ ਕਿ ਖਾਲੀ ਇਲੈਕਟੋਰਲ ਪੋਲਿਟਿਕਸ ਵੀ ਕੰਪਲੀਟਲੀ ਪੋਲਿਟਿਕਸ 'ਚ ਨਹੀਂ ਗਿਣਿਆ ਜਾਣਾ ਚਾਹੀਦਾ। ਉਹ ਪੋਲਿਟਿਕਸ ਦਾ ਇੱਕ ਹਿੱਸਾ ਹੈਗਾ ਇਲੈਕਟੋਰਲ ਪ੍ਰੋਸੈਸ, ਤੇ ਇਲੈਕਸ਼ਨ 'ਚ ਜਾਣਾ ਮਤਲਬ ਸਭ ਕੁਝ ਨਹੀਂ ਹੁੰਦਾ, ਸਾਰਾ ਕੁਝ ਨਹੀਂ ਹੁੰਦਾ। ਉਸ ਤੋਂ ਇਲਾਵਾ ਜੇ ਪੀਪਲਸ ਪਾਰਟੀਸਿਪੇਟਰੀ ਡੈਮੋਕ੍ਰੇਸੀ ਦੀ ਗੱਲ ਕਰੀਏ, ਪੀਪਲਸ ਇਨਕਲੂਸਿਵ ਡੈਮੋਕ੍ਰੇਸੀ ਦੀ ਗੱਲ ਕਰੀਏ, ਜਿੱਥੇ ਲੋਕ ਪਾਰਟੀਸਿਪੇਟ ਕਰਦੇ ਨੇ ਆਪਣੇ ਇਸ਼ੂਜ਼ ਤੇ ਰੈਜ਼ਿਸਟੈਂਸ ਵੀ ਬਿਲਡ ਕਰਦੇ ਨੇ, ਹੋਰ ਚੀਜ਼ਾਂ ਵੀ, ਹੋਰ ਕੰਮ ਵੀ ਕਰਦੇ ਨੇ, ਉਹ ਜ਼ਿਆਦਾ ਜ਼ਰੂਰੀ ਹੈ। ਉਹ ਚੀਜ਼ਾਂ ਲੋਕ ਸਿੱਖ ਰਹੇ ਨੇ। ਕੱਲ ਨੂੰ ਪਾਵਰ ਸੈਂਟਰ ਦਾ ਕੋਈ ਵੀ ਹੋ ਸਕਦਾ ਹੈ। ਕੱਲ ਨੂੰ ਪਾਵਰ ਸੈਂਟਰ ਮੈਨੂੰ ਲੱਗਦਾ ਕਿ ਕੋਈ ਕਾਂਗਰਸੀ ਵੀ ਹੋ ਸਕਦਾ ਹੈ, ਕੋਈ ਲੈਫਟ ਵਾਲਾ ਵੀ ਹੋ ਸਕਦਾ ਹੈ, ਕੋਈ ਰਿਲੀਜੀਅਸ ਮਾਈਂਡਡ ਫੋਰਸ ਵੀ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਪਰ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੋਊਗੀ ਲੋਕਾਂ ਦੀ ਪਾਰਟੀਸਿਪੇਸ਼ਨ। ਜੇ ਲੋਕਾਂ ਨੂੰ ਆਪਣੀ ਪਾਰਟੀਸਿਪੇਟਰੀ ਡੈਮੋਕ੍ਰੇਸੀ ਵਾਲੀ ਚੀਜ਼ਾਂ ਸਮਝ ਆ ਗਈਆਂ ਤੇ ਆਪਣੇ ਪਾਰਟੀਸਿਪੇਸ਼ਨ ਬਾਰੇ ਸਮਝ ਆ ਗਿਆ ਕਿ ਅਸੀਂ ਇਸ ਤਰੀਕੇ ਨਾਲ ਸਰਕਾਰ ਦਾ ਵਿਰੋਧ ਵੀ ਕਰ ਸਕਦੇ ਹਾਂ, ਇਸ ਤਰੀਕੇ ਨਾਲ ਆਪਾਂ ਚੀਜ਼ਾਂ ਨੂੰ ਰਿਫਾਈਨ ਵੀ ਕਰ ਸਕਦੇ ਹਾਂ, ਉਹ ਜ਼ਿਆਦਾ ਜ਼ਰੂਰੀ ਹੈ। ਤੇ ਉਹ ਲੋਕ ਸਿੱਖ ਰਹੇ ਨੇ। ਨਵੀਂ ਪਾਰਟੀ ਬਣਨ ਦਾ ਤਾਂ ਦੇਖੋ, ਆਮ ਆਦਮੀ ਪਾਰਟੀ ਵੀ ਬਣੀ ਸੀ, ਇੱਕ ਅੰਦੋਲਨ ਤੋਂ ਬਾਅਦ ਹੀ ਬਣੀ ਸੀਗੀ, ਅੰਨਾ ਅੰਦੋਲਨ ਤੋਂ ਬਾਅਦ ਹੀ। ਅੱਜ ਕੀ ਹਾਲ ਉਹ ਆਪਾਂ ਦੇਖ ਹੀ ਰਹੇ ਹਾਂ। ਨਵੀਂ ਸਿਆਸੀ ਪਾਰਟੀ ਬਣ ਕੇ ਵੀ ਜ਼ਿਆਦਾ ਕੁਛ ਮਤਲਬ ਮੈਨੂੰ ਨਹੀਂ ਲੱਗਦਾ ਕਿ ਇਸ ਢਾਂਚੇ 'ਚ ਉਹ ਜ਼ਿਆਦਾ ਕੁਝ ਕਰ ਪਾਉਣਗੇ। ਪਰ ਜੇ ਲੋਕ ਇੱਥੋਂ ਪੀਪਲਸ ਪਾਰਟੀਸਿਪੇਟਰੀ ਡੈਮੋਕ੍ਰੇਸੀ, ਇਨਕਲੂਸਿਵ ਡੈਮੋਕ੍ਰੇਸੀ ਤੇ ਆਪਣੇ ਪਾਰਟੀਸਿਪੇਸ਼ਨ ਬਾਰੇ, ਰੈਜ਼ਿਸਟੈਂਸ ਪੋਲਿਟਿਕਸ ਬਾਰੇ, ਇਹਨਾਂ ਚੀਜ਼ਾਂ ਬਾਰੇ ਜੇ ਚੰਗੇ ਤਰੀਕੇ ਨਾਲ ਸਿੱਖ ਕੇ ਚਲੇ ਗਏ ਤਾਂ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਜਾਂ ਕਿਸੇ ਵੀ ਪੋਲੀਟੀਕਲ ਸਟਰੀਮ ਤੋਂ ਬਹੁਤ ਕੁਝ ਕਰਾ ਲੈਣਗੇ ਅੱਗੇ ਵੀ। ਜੀ, ਸ਼ੁਕਰੀਆ ਮਨਦੀਪ ਸਿੰਘ, ਬਹੁਤ ਬਹੁਤ ਧੰਨਵਾਦ ਤੁਹਾਨੂੰ ਸਮਾਂ ਦੇਣ ਲਈ। ਧੰਨਵਾਦ ਜੀ ਬਾਈ। ਠੀਕ ਹੈ ਜੀ। ਸੋ ਮੇਰੇ ਨਾਲ ਮੌਜੂਦ ਸਨ ਮਨਦੀਪ ਪੁਨੀਆ। ਤੁਸੀਂ ਸੁਣੇ ਇਹਨਾਂ ਦੇ ਵਿਚਾਰ ਫੈਡਰਲਿਜ਼ਮ ਨੂੰ ਲੈ ਕੇ ਤੇ ਹੋਰ ਪੱਤਰਕਾਰਿਤਾ ਦੇ ਵਿੱਚ ਜਿਸ ਢੰਗ ਦੇ ਨਾਲ ਸਿਆਸਤ ਘੁਲ ਗਈ ਹੈ ਉਹਨੂੰ ਲੈ ਕੇ, ਗੋਦੀ ਮੀਡੀਆ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਨੇ। ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।